प्रभु यीशु मसीह की जय। सारे सुनने वाले भैन भरावां नूं प्रभु यीशु मसीह की जय मैं कहता हूँ। जो भी भैन भरा अज मैनू सुन रहे ने वो प्रभु यीशु दे इन्हां पवित्र शब्दां नूं सुनणगे जो असी बाइबल चों पढ़ के सुनावांगे कि ਉਹ ਉਹਨਾਂ ਦੀ ਜ਼ਿੰਦਗੀ ਬਦਲ ਦੇਣਗੇ। ਸਭ ਤੋਂ ਪਹਿਲਾਂ ਸਾਨੂੰ ਕੀ ਵਿਚਾਰ ਕਰਨਾ ਚਾਹੀਦਾ? ਬੀ ਵੈਰੀ ਕੇਅਰਫੁਲ ਅਬਾਊਟ what you think. Your thought run your life. ਸੋ ਸਾਡੀ ਜਿਹੜੀ ਸੋਚ ਆ ਉਹ ਸਾਨੂੰ ਸਾਡੀ ਜ਼ਿੰਦਗੀ ਨੂੰ ਸਾਰੀ ਨੂੰ ਬਤਾਉਣ ਵਿੱਚ ਸਹਾਇਤਾ ਕਰਦੀ ਆ। ਸੋ ਇਸ ਕਰਕੇ ਸਾਡੀ ਸੋਚ ਜਿਹੜੀ ਆ ਉਹ ਕਿਸ ਪਾਸੇ ਰੱਖਣੀ ਚਾਹੀਦੀ ਸਾਨੂੰ, ਅੱਜ ਇਸ ਦੇ ਬਾਰੇ ਅਸੀਂ ਦੱਸਾਂਗੇ ਕਿ ਅਸੀਂ ਆਪਣੇ ਸੋਚ ਦੇ ਨਾਲ ਸਿਨ ਕਿਸ ਤਰ੍ਹਾਂ ਕਮਾਉਂਦੇ ਆ। ਤੇ 7 ਡੈਡਲੀ ਸਿਨਸ our behavior or feeling that inspire further sins. ਸਾਡਾ ਜੋ ਵਰਤਾਓ ਆ, ਬਿਹੇਵੀਅਰ ਆ, ਤੇ ਜੋ ਸਾਡੀਆਂ ਫੀਲਿੰਗਸ ਨੇ ਇਹ ਸਾਨੂੰ ਹੋਰ ਪਾਪ ਕਰਨ ਦੇ ਲਈ ਉਤਸ਼ਾਹ ਕਰਦੀਆਂ ਨੇ। ਸੋ ਸਾਨੂੰ ਕੀ ਕਰਨਾ ਚਾਹੀਦਾ ਵਾ ਕਿ ਇਹਨਾਂ ਪਾਪਾਂ ਦੇ ਬਾਰੇ ਸਾਨੂੰ ਕੁਝ ਸੋਚਣਾ ਚਾਹੀਦਾ ਕਿ ਇਹ 7 ਡੈਡਲੀ ਸਿਨਸ ਜਿਹੜੇ ਨੇ ਉਹ ਪਵਿੱਤਰ ਸ਼ਾਸਤਰ ਸਾਨੂੰ ਕਿਹੜੇ ਦੱਸਦਾ। ਸਭ ਤੋਂ ਪਹਿਲਾਂ ਸਾਨੂੰ ਦੱਸਦਾ ਪ੍ਰਾਈਡ। ਪ੍ਰਾਈਡ ਕੀ ਆ? ਇੱਕ ਸਾਡਾ ਘਮੰਡ। ਤੇ ਅੱਜ ਅਸੀਂ ਪਵਿੱਤਰ ਸ਼ਾਸਤਰ ਵਿੱਚੋਂ ਪ੍ਰੋਵਰਬਸ 11:2 ਪੜਾਂਗੇ। अभियान के संग ही अपमान आता है किंतु नम्रता के साथ विवेक आता है। सो सानू इस चीज़ बारे ख्याल रखना चाहिए कि जे असी घमंड करते हैं, अपमान अपना कराउना चाहुंदे हैं, तो सानू घमंड जिहड़ा वो करना चाहिए। तो कोई आदमी नहीं चाहुंदा कि मेरा अपमान होए। तो इस करके सानू भैन भराओ नम्रता का रस्ता अपनाना चाहिए तां जो कि असी नम्र हो के चलीए तो घमंड ना करिए। प्रोवर्ब्स 16:18 नाश आने से पहले अहंकार आ जाता है और पतन से पहले चेतना हठी हो जाती है। देखो जदों किसी इंसान का नाश ਹੁੰਦਾ ਉਹ ਕੀ ਕਰਦਾ? ਸਭ ਤੋਂ ਪਹਿਲਾਂ ਅਹੰਕਾਰ ਵਿੱਚ ਚਲੇ ਜਾਂਦਾ ਤੇ ਉਹਦੀ ਜਿਹੜੀ ਤਬੀਅਤ ਆ, ਸੁਭਾਅ ਆ, ਉਹ ਕੀ ਕਰਦਾ? ਉਹ ਜਿੱਦੀ ਹੋ ਜਾਂਦਾ, ਉਸ ਕੰਮ ਉੱਤੇ ਉਹ ਅੜ ਜਾਂਦਾ ਕਿ ਉਹਦੀ ਚੇਤਨਾ ਜਿਹੜੀ ਉਹ ਹੱਠੀ ਹੋ ਜਾਂਦੀ ਆ। ਸਾਨੂੰ ਇਹ ਤੋਂ ਦੂਰ ਰਹਿਣਾ ਚਾਹੀਦਾ ਵਾ ਕਿ ਸਾਨੂੰ ਘਮੰਡ ਨਹੀਂ ਕਰਦਾ। ਇਹ ਸਾਨੂੰ ਘਮੰਡ ਕੀ ਕਰਦਾ? ਸਾਡਾ ਨਾਸ਼ ਕਰ ਦਿੰਦਾ ਤੇ ਸਾਨੂੰ ਜਿੱਦੀ ਬਣਾ ਦਿੰਦਾ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਵਾਸਤੇ ਘਮੰਡ ਤੋਂ ਦੂਰ ਰਹਿਣਾ ਚਾਹੀਦਾ। ਪ੍ਰੋਵਰਬਸ 29:23 मनुष्य को अहंकार नीचा दिखाता है किंतु ये व्यक्ति जिसका हृदय विनम्र होता है आदर पाता है। देखो ਜਿਹੜਾ ਵੀ ਅਹੰਕਾਰ ਆ ਸਾਨੂੰ ਹਮੇਸ਼ਾ ਹੀ ਨੀਚਾ ਦਿਖਾਏਗਾ ਤੇ ਜਿਹੜਾ ਵਿਅਕਤੀ ਦਿਲ ਦਾ, ਹਿਰਦੇ ਦਾ ਨਮਰਤਾ ਸੇ ਭਰਿਆ, ਕੋਮਲ ਆ, ਉਹ ਕੀ ਕਰੇਗਾ? ਉਹ ਸਾਡਾ ਹਮੇਸ਼ਾ ਹੀ ਆਦਰ ਕਰਾਏਗਾ। ਸਾਨੂੰ ਅੱਜ ਇਸ ਪ੍ਰੋਵਰਬਸ ਦੀਆਂ ਲਾਈਨਾਂ ਪੜ੍ਹਨ ਤੋਂ ਬਾਅਦ ਇਹ ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਵਾ ਕਿ ਸਾਨੂੰ ਅਹੰਕਾਰ ਜਿਹੜਾ ਵਾ ਕਦੀ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ? ਨਮਰਤਾ ਦੇ ਨਾਲ। ਸਾਡਾ ਹਿਰਦੇ ਹਮੇਸ਼ਾ ਕੋਮਲ ਤੇ ਨਮਰਤਾ ਦੇ ਨਾਲ ਭਰਿਆ ਰਹੇ ਤਾਂ ਜੋ ਕਿ ਅਸੀਂ ਅਹੰਕਾਰ ਤੋਂ ਦੂਰ ਰਹੀਏ ਔਰ ਇਸ ਅਹੰਕਾਰ ਤੋਂ ਬਚ ਸਕੀਏ। ਸੋ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੋਟ ਕਰਨਾ ਚਾਹੀਦੀਆਂ। ਸੋ ਅੱਜ ਅਸੀਂ ਪਹਿਲਾਂ ਗੱਲ ਕੀਤੀ
ਪ੍ਰਾਈਡ ਬਾਰੇ। ਹੁਣ ਅਸੀਂ ਗੱਲ ਕਰਾਂਗੇ ਉਸ ਤੋਂ ਬਾਅਦ ਕਿ ਪ੍ਰੋਵਰਬਸ 28 ਦਾ 25 ਗਰੀਡ ਬਾਰੇ ਅਸੀਂ ਗੱਲ ਕਰਾਂਗੇ। ਗਰੀਡ ਸਾਨੂੰ ਜਿਹੜੀ ਆ ਕੀ ਕਰਦੀ ਆ, ਅਸੀਂ ਲਾਲਚੀ ਤੌਰ 'ਤੇ ਲਾਲਚ ਹੋ ਜਾਂਦੇ ਆ ਤੇ ਉਦੋਂ ਸਾਡੇ 'ਚ ਇਹ ਪੈਦਾ ਹੋ ਜਾਂਦੀ ਆ। ਤੇ ਪ੍ਰੋਵਰਬਸ 28 ਦਾ 25 ਸਾਨੂੰ ਬਾਈਬਲ 'ਚੋਂ ਕੀ ਸਿਖਾਉਂਦਾ ਵਾ ਕਿ ਲਾਲਚੀ ਮਨੁਸ਼ ਤੋਂ मतभेद भड़काता, किंतु वह मनुष्य जिसका भरोसा यहोवा पर है फूलेगा फलेगा। ਸਾਨੂੰ ਇਹ ਪ੍ਰੋਵਰਬਸ 28 ਦਾ 25 ਕੀ ਸਿਖਾਇਆ ਨੇ ਕਿ ਲਾਲਚੀ ਮਨੁਸ਼ ਤੋਂ मतभेद बढ़ाता। ਜੋ ਲਾਲਚ ਕਰਦਾ ਨਾ ਉਹ ਸਾਡੇ ਸਮਾਜ ਦੇ ਵਿੱਚ ਇੱਕ ਦੂਜੇ ਦੇ ਜ਼ਿੰਦਗੀਆਂ ਦੇ ਵਿੱਚ ਉਹ ਕੀ ਕਰਦਾ ਵਾ, मतभेद ਪੈਦਾ ਕਰਕੇ ਲੜਾਈਆਂ ਪੈਦਾ ਕਰਦਾ। ਤਾਂ ਜਿਹੜਾ ਪ੍ਰਭੂ ਤੇ ਭਰੋਸਾ ਰੱਖਦਾ ਤੇ ਉਹ ਸਾਨੂੰ ਕੀ ਆ, ਉਹਦੇ 'ਚ ਅਸੀਂ ਫੁੱਲਾਂਗੇ ਫਲਾਂਗੇ ਤੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਖੁਸ਼ਹਾਲ ਦੀ ਹੋਏਗੀ, ਖੁਸ਼ਹਾਲੀ ਜੀਵਨ ਅਸੀਂ ਬਤੀਤ ਕਰਾਂਗੇ। ਇਸੇ ਤਰ੍ਹਾਂ ਹੀਬਰੂ 13 ਦਾ 5 ਪਵਿੱਤਰ ਸ਼ਾਸਤਰ 'ਚੋਂ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ, ਆਪਣੇ ਜੀਵਨ को धन के लालच से मुक्त करो, जो कुछ तुम्हारे पास है उसी में संतोष करो, क्योंकि परमेश्वर ने कहा है मैं तुझको कभी नहीं छोड़ूंगा, मैं कभी तुझे नहीं तजूंगा, कि मैं तुझे कभी त्यागूंगा भी नहीं। सो प्रभु जो भी असी लालच करते हैं वो सब तो ज़्यादा किस चीज़ का लालच करते हैं, ਇਹ ਅਸੀਂ ਮਾਇਆ ਦਾ ਲਾਲਚ ਕਰਦੇ ਹਾਂ, ਧਨ ਦੌਲਤ ਦਾ ਲਾਲਚ ਕਰਦੇ ਹਾਂ। ਤੇ ਉਹਨੇ ਕਿਹਾ ਆਪਣੇ ਜੀਵਨ ਤੋਂ ਧਨ ਦੇ ਲਾਲਚ ਤੋਂ ਮੁੱਖ ਰੱਖੋ, ਮੁਕਤ ਰੱਖੋ। ਸੋ ਸਾਨੂੰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਰਹਿਣਾ ਚਾਹੀਦਾ, ਧਨ ਦੇ ਲਾਲਚ ਤੋਂ। ਜੋ ਕੁਝ ਸਾਡੇ ਕੋਲ ਹੈ, ਜੋ ਕੁਝ ਵੀ ਸਾਡੇ ਕੋਲ ਹੈ, ਸਾਨੂੰ ਉਹਦੇ ਵਿੱਚ ਸੰਤੁਸ਼ਟ ਹੋ ਕੇ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਨਾ ਚਾਹੀਦਾ। ਪ੍ਰੋਵਰਬਸ 15 ਦਾ 27 ਲਾਲਚੀ ਮਨੁष्य ਆਪਣੇ घराने पर विपता लाता है, लालची मनुष्य अपने घराने पर विपता लाता है, किंतु वही जीवित रहता है जो जन घूस से घृणा भाव रखता है। देखो ਸਾਡੇ ਕੋਲ ਇਹ ਕਿਵੇਂ ਧਨ ਵਧੇਗਾ, ਜੇਕਰ ਅਸੀਂ ਕੋਈ ਕੰਮ ਗਲਤ ਕਰਾਂਗੇ, ਘੂਸ ਲਵਾਂਗੇ ਜਾਂ ਹੋਰ ਕੋਈ ਤਰੀਕਾ ਅਪਣਾਵਾਂਗੇ ਤੇ ਕੀ ਹੋਏਗਾ, ਉਹ ਸਾਡਾ ਕੀ ਹੋ ਜਾਏਗਾ, ਧਨ ਦਾ ਲਾਲਚ ਹੋਏਗਾ। ਉਹ ਸਾਰਾ ਧਨ ਦਾ ਲਾਲਚ ਸਾਡੇ ਸਾਰੇ ਘਰਾਣੇ ਨੂੰ ਵਿਪਤਾ ਦੇ ਵਿੱਚ ਪਾਏਗਾ। ਮਗਰ ਜੀਵਤ ਰਹਿਣਾ ਚਾਹੁੰਦੇ ਜੋ ਤੇ ਘੂਸ ਜਿਹੜੀ ਆ, ਇਹ ਜਿਹੜਾ ਗਲਤ ਤਰੀਕੇ ਦੇ ਨਾਲ ਧਨ ਆਪਾਂ ਕਮਾਉਂਦੇ ਆ ਉਹਨੂੰ ਨਾ ਕਮਾਓ, ਉਹਦੇ ਨਾਲ ਘਿਰਨਾ ਕਰੋ ਕਿ ਮੈਂ ਗਲਤ ਕੰਮ ਨਹੀਂ ਕਰਨਾ। ਸੋ ਅੱਗੇ ਸਾਡੀ ਤੀਸਰਾ ਜਿਹੜਾ ਵਾ ਉਹ ਪਾਪ ਕੀ ਆਉਂਦਾ ਵਾ, ਲਸਟ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਇਲਿਕਿਟ ਸੈਕਸੁਅਲ ਡਿਜ਼ਾਇਰ ਹੁੰਦੀ ਆ। ਲਸਟ ਤੋਂ ਸਾਨੂੰ ਕਿਉਂ ਦੂਰ ਰਹਿਣਾ ਚਾਹੀਦਾ, ਇਸ ਦੇ ਬਾਰੇ ਸਾਨੂੰ ਪਵਿੱਤਰ ਸ਼ਾਸਤਰ ਸਾਹਿਬ ਕੀ ਦੱਸਦਾ। ਮੈਥਿਊ 5 ਦਾ 28 किंतु मैं तुमसे कहता हूँ कि यदि कोई किसी क्षत्रिय को वासना की आँख से देखता है, वो अपने मन से पहले ही उसके साथ व्यभिचार कर चुका है। सो सारे भैन भराओ एक चीज़ सुनो, सानू पवित्र शास्त्र की दसदा, पवित्र सानू दसदा कि जे साडे सोच दे अंदर भी कोई ਗੱਲ ਇੱਥੇ ਗਲਤ ਆਈ, ਉਹ ਪਰਮਾਤਮਾ ਨੇ ਕਿਹਾ ਕਿ ਤੁਸੀਂ ਉਹਨੂੰ ਕਰ ਲਿਆ ਤੇ ਉਹਦਾ ਜਿਹੜਾ ਨਾ ਤੁਸੀਂ ਫਲ ਹੁਣ ਤੁਹਾਨੂੰ ਮਿਲਣਾ ਵਾ। ਇਸ ਕਰਕੇ ਸਾਨੂੰ ਆਪਣੀ ਸੋਚ, ਜਿੱਥੋਂ ਆਪਾਂ ਸਬਜੈਕਟ ਸ਼ੁਰੂ ਕੀਤਾ ਸੀ ਕਿ ਸੋਚ ਕਿਉਂ ਪਵਿੱਤਰ ਰੱਖਣੀ ਆ, ਕਿ ਸਾਨੂੰ ਇਹ सोच नहीं रखनी चाहिए। किंतु मैं तुमसे कहता हूँ यदि कोई किसी क्षत्रिय को वासना की आंख से देखता है तो वह अपने मन से पहले ही उसके साथ व्यभिचार
ਕਰ ਚੁੱਕਾ ਹੈ। ਸੋ ਇਸ ਕਰਕੇ ਅਸੀਂ ਜੋ ਕਰਦੇ ਹਾਂ, ਸੋਚਦੇ ਹਾਂ, ਉਹ ਪਾਪ ਅਸੀਂ ਕਰ ਚੁੱਕੇ ਹਾਂ। ਸਾਨੂੰ ਕੀ ਕਰਨਾ ਚਾਹੀਦਾ? ਆਪਣੀ ਸੋਚ ਪਵਿੱਤਰ ਕਰਨੀ ਚਾਹੀਦੀ ਆ, ਅਤੇ ਹਮੇਸ਼ਾ ਅਸੀਂ ਪ੍ਰਭੂ ਦੇ ਨਾਲ ਜੁੜੇ ਰਵਾਂਗੇ, ਉਹਦੇ ਸੰਬੰਧ ਵਿੱਚ ਰਵਾਂਗੇ, ਅਤੇ ਕਦੀ ਵੀ ਗਲਤ ਕੰਮ ਨਹੀਂ ਸੋਚਾਂਗੇ। ਕਲੋਸੀਅਨ 3:5 ਸਾਨੂੰ ਕੀ ਪਵਿੱਤਰ ਸ਼ਾਸਤਰ ਸਿਖਾਉਂਦਾ? ਇਸ ਲਈ ਤੁਮ में जो कुछ संसारक बातें हैं उसका अंत कर दो। व्यभिचार, अपवित्रता, वासना, बुरी इच्छाएं और लालच यो मूर्ति उपासना का ही एक रूप है। देखो भैनों ते भराओ, पवित्र शास्त्र च स्पष्ट लिखा गया कि मूर्ति पूजा नहीं करनी। तो उन्हें कहा भी सारिया चीज़ां ये बराबर ने, इन्हां दा अंत कर दिओ। ते की कर दो अंत? व्यभिचार दा, अपवित्रता दा, वासना दा, बुरी इच्छाओं का और लालच को, जो मूर्ति उपासना का एक ही रूप है। इस करके सानू की आ, इन्हां तो दूर रहना चाहिए। सो असी पवित्र शास्त्र नूं पढ़ के अपने मन विच एक बार पक्का कर लीए कि सानू इन्हां पापां तो दूर रहना चाहिए। प्रोवर्ब 6:25 सानू की दसदी आ? तू अपने मन को उसकी सुंदरता पर कभी वासना सख्त मत होने देना और उसकी आंखों का जादू मत चढ़ने देना। किड्डी सोहनी गल कही आ कि साडियां अखां दे विच भी जिहड़ी ना जो ही देखदे आ, ਉਹਦੇ ਵਿੱਚ ਵੀ ਸਾਨੂੰ ਸੈਕਸੁਅਲ ਆਈਜ਼ ਨਹੀਂ ਕਰਨੀਆਂ ਚਾਹੀਦੀਆਂ। ਉਹ ਵੀ ਸਾਨੂੰ ਦੱਸਦੀਆਂ ਨੇ ਕਿ ਤੂੰ ਇਹਨਾਂ पर वासना सख्त मत होने दे और अपनी आंखों का जादू मत चढ़ने दे। सो बहुत सारे ਜਿਹੜੇ ਪਾਪ ਅਸੀਂ ਕਿਸ ਤਰ੍ਹਾਂ ਕਰਦੇ ਉਹ 5 ਇੰਦਰੀਆਂ ਨੇ, ਉਹ ਭੈਣ ਭਰਾਓ ਨੋਟ ਕਰੋ ਕੀ ਆ। ਸਾਡਾ ਵੇਖਣਾ, ਸਾਡਾ ਸਭ ਤੋਂ ਪਹਿਲਾਂ ਸੋਚਣਾ, 2 ਅੱਖਾਂ ਨਾਲ ਵੇਖਣਾ, ਫਿਰ ਕੰਨਾਂ ਨਾਲ ਸੁਣਨਾ, ਨੱਕ ਨਾਲ ਸੁੰਘਣਾ, ਜ਼ਬਾਨ ਨਾਲ ਮੂੰਹ ਤੋਂ ਬੋਲਣਾ, ਤੇ ਜ਼ਬਾਨ ਦਾ ਟੇਸਟ ਕਰਨਾ। ਇਹ 5 ਇੰਦਰੀਆਂ ਸਾਨੂੰ ਕੀ ਕਰਦੀਆਂ ਨੇ? ਪਾਪ ਕਰਨ ਵਿੱਚ। ਇਹਨਾਂ 'ਚ ਸਾਨੂੰ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਿਆ, ਤੇ ਨੈਕਸਟ ਚੈਪਟਰ ਦੇ ਵਿੱਚ ਮੈਂ ਜਿਹੜੇ ਬਾਕੀ ਦੇ ਪਾਪ ਨੇ, ਸਿਨਸ ਨੇ, ਅਸੀਂ ਕਿਸ ਤਰ੍ਹਾਂ ਕਮਾਉਂਦੇ ਹਾਂ, ਉਹਨਾਂ ਬਾਰੇ ਤੁਹਾਨੂੰ ਪੜ੍ਹ ਕੇ ਦੱਸੂਗਾ ਪਵਿੱਤਰ ਸ਼ਾਸਤਰ 'ਚੋਂ। ਸੋ ਕੀ ਆ ਕਿ ਜਦੋਂ ਸਾਨੂੰ ਆਪਣੇ ਆਪ ਨੂੰ ਕੀ ਸਮਝਾਉਣਾ ਚਾਹੀਦਾ ਵਾ ਕਿ ਵਕਤ ਜਿਹੜਾ ਵਾ ਉਹ ਆਪਕਾ ਹੈ। ਚਾਹੋ ਤਾਂ ਸੋਨਾ ਬਣਾ ਲਓ, ਚਾਹੇ ਤਾਂ ਸੋਨੇ ਮੇਂ ਗੁਜ਼ਾਰ ਦੋ। ਜੋ ਜ਼ਿੰਦਗੀ ਆ ਉਹ ਸਾਡੀ ਆ, ਪਰਮਾਤਮਾ ਨੇ ਸਾਨੂੰ ਦਿੱਤੀ ਆ। ਉਹ ਕਿਸ ਤਰ੍ਹਾਂ ਕਰ ਸਕਦੇ ਜੋ? ਜਾਂ ਤਾਂ ਉਹਨੂੰ ਸੌਣ ਦੇ ਵਿੱਚ ਗੁਜ਼ਾਰ ਦਿਓ, ਤੇ ਜਾਂ ਉਹਨੂੰ ਸੋਨਾ ਬਣਾ ਲਓ। ਸੋਨਾ ਕਿਸ ਤਰ੍ਹਾਂ ਬਣਾਓਗੇ? ਕਿ ਪਵਿੱਤਰ ਸ਼ਾਸਤਰ ਨੂੰ ਪੜ੍ਹੋ, ਤੇ ਪਵਿੱਤਰ ਸ਼ਾਸਤਰ ਨੂੰ ਪੜ੍ਹਨ ਤੋਂ ਬਾਅਦ ਕੀ ਕਰੋ? ਉੱਤੇ ਅਮਲ ਕਰੋ, ਤੇ ਆਪਣੇ ਵਿਚਾਰ ਜਿਹੜੇ ਨੇ ਉਹ ਪਵਿੱਤਰ ਕਰੋ। जीवन के हर कदम पर हमारी सोच, हमारा व्यवहार, हमारे कर्म ही हमारी जिंदगी की सफ़र है। ये ਤਿੰਨੇ ਚੀਜ਼ਾਂ ਸਾਡੀ ਜ਼ਿੰਦਗੀ 'ਚ ਇਹ ਕਰਦੀਆਂ ਨੇ। ਇਹਨਾਂ ਨੂੰ ਜਦੋਂ ਅਸੀਂ ਅਪਣਾ ਲਾਂਗੇ ਤਾਂ ਜਾਂ ਤਾਂ ਤੁਸੀਂ ਸਫ਼ਰ ਨੂੰ ਸਫ਼ਰ ਬਣਾ ਲਓ, ਤੇ ਜਾਂ ਕੀ ਕਰੋ, ਇਹਨੂੰ ਸਫਲ ਬਣਾ ਲਓ, ਸਕਸੈਸਫੁਲ ਬਣਾ ਲਓ। ਕਿਸ ਤਰ੍ਹਾਂ ਕਰਕੇ? ਕਿ ਇਹਨਾਂ ਸਾਰਿਆਂ ਨੂੰ ਅਪਣਾ ਕੇ ਇਹਨਾਂ ਉੱਤੇ ਚੱਲੋ। परमात्मा सभी को एक ही मिट्टी से बनाता है, बस सिर्फ फ़र्क इतना है कि कोई बाहर से खूबसूरत है, कोई भीतर से खूबसूरत है। मेरा इशू की आ कि असी बाहर तो भी खूबसूरत रवांगे, भीतर से भी खूबसूरत रवांगे अगर असी सिन ना करिए, अपनी पवित्र सोच ਨੂੰ ਰੱਖੀਏ, ਤੇ ਅਸੀਂ ਇਹਦੇ ਵਿੱਚ ਪਵਿੱਤਰ ਹੁੰਦੇ ਜਾਵਾਂਗੇ ਤੇ ਵੱਧਦੇ ਜਾਵਾਂਗੇ। ਸੋ ਮੈਂ ਸਾਰੇ ਭੈਣ ਭਰਾ ਜਿਹੜੇ ਕਿ ਸੁਣਦੇ ਨੇ ਉਹਨਾਂ ਦੇ ਲਈ ਪ੍ਰਾਰਥਨਾ ਕਰਦਾ ਪ੍ਰਭੂ ਯੀਸ਼ੂ ਦੇ ਅੱਗੇ। ਉਹ ਮੇਰੀ ਪ੍ਰਾਰਥਨਾ ਸਾਰੇ ਭੈਣ ਭਰਾ ਸੁਣੋ ਕਿ ਮੈਂ ਕੀ ਕਰਨੀ ਚਾਹੁੰਦਾ ਤੁਹਾਡੇ ਨਾਲ। ਮੈਂ ਅੱਜ ਸਾਰਿਆਂ ਭੈਣ ਭਰਾਵਾਂ ਨੂੰ ਤੁਹਾਡੇ ਪ੍ਰਭੂ ਯੀਸ਼ੂ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਆਉਣਾ, ਤੇ
मैं ਉਹਨਾਂ ਦੇ ਲਈ प्रार्थना करनी चाहना हूँ। एकता तभी महसूस होती है जब हमारा ध्यान एक पर हो, हम एक पर ही आश्रित हों, उसी एक पर पूर्ण दृढ़ विश्वास हो, दूसरा आश्रय नहीं ढूंढते, तभी प्रेम की गहराई में उतर सकते हैं। कोई आश्रय हो तो हम गहराई में नहीं उतर सकते। इस करके एक ही ते एक रस्ता को किया, प्रभु यीशु ਦਾ ਰਸਤਾ। that is the truth, that is the way। ਸੋ ਸਾਨੂੰ ਪ੍ਰਭੂ ਦੇ ਰਸਤੇ ਦੇ ਉੱਤੇ ਚੱਲਣਾ ਚਾਹੀਦਾ। ਪ੍ਰਭੂ ਦਾ ਰਸਤਾ ਸਾਨੂੰ ਕੀ ਸਿਖਾਉਂਦਾ ਕਿ ਸਾਨੂੰ ਪਾਪ ਨਹੀਂ ਕਰਨਾ ਚਾਹੀਦਾ। ਸੋ ਇਹ ਚੀਜ਼ ਆ ਜਿਹੜੀ ਸਾਨੂੰ ਦੱਸਦੀ ਆ ਕਿ ਸਾਨੂੰ ਪਾਪ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਸੋ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਅੱਗੇ ਕਿ ਪ੍ਰਭੂ ਯੀਸ਼ੂ ਮੇਰੇ ਸਾਰੇ ਭੈਣ ਭਰਾ ਜਿਹੜੇ ਸੁਣਦੇ ਨੇ ਔਰ ਜਿਹੜਾ ਇਸ YouTube ਨੂੰ ਦੇਖਦੇ ਨੇ, ਮੈਂ ਉਹਨਾਂ ਨੂੰ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਔਰ ਤੁਹਾਡੇ ਪਵਿੱਤਰ ਬਲੱਡ ਦੇ ਨਾਲ ਸਾਰਿਆਂ ਨੂੰ ਕਵਰ ਕਰ ਦਿੰਦਾ। ਔਰ ਪ੍ਰਭੂ ਯੀਸ਼ੂ ਜੇਕਰ ਇਹਨਾਂ ਦੇ ਹਿਰਦਿਆਂ ਦੇ ਵਿੱਚ ਕੋਈ ਨੈਗੇਟਿਵ ਪਾਵਰ ਕੰਮ ਕਰਦੀ ਆ, ਮੈਂ ਪ੍ਰਭੂ ਯੀਸ਼ੂ ਉਹਨੂੰ ਤੁਹਾਡਾ ਨਾਮ ਲੈ ਕੇ ਪ੍ਰਭੂ ਯੀਸ਼ੂ ਦੇ ਨਾਮ 'ਚ ਉਹਨੂੰ ਦੂਰ ਕਰਦਾ ਤੇ ਉੱਥੇ ਹਰ ਇੱਕ ਭੈਣ ਭਰਾ ਦੇ ਹਿਰਦੇ ਵਿੱਚ ਪਵਿੱਤਰ ਆਤਮਾ ਦਾ ਵਾਸ ਕਰਦਾ। ਸੋ ਸਾਰਿਆਂ ਭੈਣ ਭਰਾਵਾਂ ਨੂੰ ਪ੍ਰਭੂ ਯੀਸ਼ੂ ਮੈਂ ਇਹਨਾਂ ਦੇ ਲਈ ਸੁੱਖ, ਸ਼ਾਂਤੀ, ਸਮਰਿੱਧੀ, ਧਨ-ਵਰਿੱਧੀ, ਤੰਦਰੁਸਤੀ ਤੁਹਾਡੇ ਕੋਲੋਂ ਮੰਗਦਾ। ਸੋ ਪ੍ਰਭੂ ਜੀ ਮੇਰੇ ਸਾਰਿਆਂ ਭੈਣ ਭਰਾਵਾਂ ਨੂੰ ਸੁਖਮਈ ਜੀਵਨ ਜਿਹੜਾ ਉਹ ਪ੍ਰਾਪਤ ਕਰਨ ਦਾ ਸ਼ਕਤੀ ਔਰ ਗਿਆਨ ਦਿਓ ਤਾਂ ਜੋ ਕਿ ਤੁਹਾਡੇ ਵਿੱਚ ਵਧਣ। ਇਹ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਸੁਣੋ ਤੇ ਕਬੂਲ ਕਰੋ। प्रभु यीशु नाम दे मांगते हैं, आमेन। हे स्वर्गीय पिता, जैसे आपकी इच्छा स्वर्ग में पूरी होती हो धरती पर भी हो। आपका राज आए, हमें दिन भर की रोटी दिया करे। आप ही हमारे जीवन की रोटी और बल हो। जैसे हम अपने अपराधियों को क्षमा करते हैं, आप भी हमारे अपराधों को क्षमा कीजिए। किसी परीक्षा में मत डालिए, सब बुराइयों से बचा के रखें। ये सारा जलाल और पराक्रम हमेशा हमेशा के लिए आपका। In the name of the Father, Son and Holy Spirit, amen। God bless you. God is peace with you। Thank you, thank you, thank you। Praise the Lord।